ਓਕੇ ਨੈਕਸਟ ਟੌਪਿਕ ਹਨ ਬੋਹਰ ਮਾਡਲ ਤੋਂ ਬਾਅਦ ਰਾਜੇ ਕੁਆਂਟਮ ਮਕੈਨੀਕਲ ਮਾਡਲ। ਪਰ ਕੁਆਂਟਮ ਮਕੈਨੀਕਲ ਮਾਡਲ 'ਤੇ ਜਾਣ ਤੋਂ ਪਹਿਲਾਂ ਆਪਾਂ ਨੂੰ ਦੋ ਚੀਜ਼ਾਂ ਸਮਝਣੀਆਂ ਪੈਣੀਆਂ ਜਿਹੜੀਆਂ ਉਹਦੀਆਂ ਲਿਮੀਟੇਸ਼ਨ ਸੀਗੀਆਂ ਮੇਨ। ਦੈਟ ਵਨ ਇਜ਼ ਡੀ ਬਰੋਗਲੀ ਹਾਈਪੋਥੇਸਿਸ, ਵੇਵ ਨੇਚਰ ਆਫ ਪਾਰਟੀਕਲਸ। ਠੀਕ ਹੈ, ਪਾਰਟੀਕਲ ਦਾ ਵੇਵ ਨੇਚਰ ਵੀ ਹੁੰਦਾ, ਪਾਰਟੀਕਲ ਹੁੰਦਾ ਇੱਕ ਤਾਂ, ਅਤੇ ਇੱਕ ਕੀ ਆ ਉਹਦਾ ਵੇਵ ਨੇਚਰ ਆ, ਮੀਨਜ਼ ਉਹ ਮੂਵ ਕਰਦਾ। ਠੀਕ ਹੈ, ਦੂਸਰਾ ਹਾਈਜ਼ਨਬਰਗ। ਅਤੇ ਇਹ ਦੋਨੋਂ ਆਪਾਂ ਜਿਹੜੇ ਹੈਗੇ ਆ ਪੜ੍ਹਨੇ ਆ। ਅਤੇ ਵੇਵ ਨੇਚਰ ਆਫ ਮਟੀਰੀਅਲ ਆਬਜੈਕਟ ਆਪਾਂ ਨੂੰ ਕਿਹਨੇ ਦਿੱਤਾ ਸੀ? ਡੀ ਬਰੋਗਲੀ ਨੇ। ਡੀ ਬਰੋਗਲੀ ਇੱਕ ਸਾਇੰਟਿਸਟ ਹੈ, ਉਹਨੇ ਆਪਾਂ ਨੂੰ ਇਹ ਦਿੱਤਾ ਸੀ। ਜਿਵੇਂ ਲਾਈਟ ਦੇ ਦੋ ਨੇਚਰ ਆ ਨਾ, ਵੇਵ ਅਤੇ ਪਾਰਟੀਕਲ। ਠੀਕ ਹੈ, ਉਹਦੇ ਵਿੱਚ ਪਾਰਟੀਕਲਸ ਵੀ ਹੁੰਦੇ ਆ ਅਤੇ ਵੇਵ ਵੀ ਹੁੰਦੀ ਹੈ ਲਾਈਟ। ਉਵੇਂ ਹੀ ਆਪਣੇ ਕੋਲ ਮੈਟਰ ਦੇ ਹੈ। ਮੈਟਰ ਕੀ ਹੁੰਦਾ? ਐਨੀਥਿੰਗ ਵਿਚ ਆਕੂਪਾਈ ਸਪੇਸ ਐਂਡ ਹੈਵ ਮਾਸ। ਕਿ ਕੋਈ ਵੀ ਚੀਜ਼ ਹੈ, ਜਿਵੇਂ ਆਹ ਪੈਨ ਹੈ, ਪੈਨ ਰੱਖਤਾ ਮੈਂ, ਇਹ ਵੀ ਇੱਕ ਮੈਟਰ ਹੈ। ਠੀਕ ਹੈ, ਤਾਂ ਕੋਈ ਵੀ ਚੀਜ਼ ਜਿਹੜੀ ਯੂਨੀਵਰਸ ਦੇ ਵਿੱਚ ਥਾਂ ਘੇਰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਮਾਸ ਕਹਿੰਦੇ ਹਾਂ, ਅਤੇ ਉਹਦਾ ਆਪਦਾ ਮਾਸ ਹੁੰਦਾ। ਠੀਕ ਹੈ, ਤਾਂ ਅਕੋਰਡਿੰਗ ਟੂ ਡੀ ਬਰੋਗਲੀ, ਹੁਣ ਡੀ ਬਰੋਗਲੀ ਨੇ ਇੱਕ ਸਟੇਟਮੈਂਟ ਦਿੱਤੀ ਸੀ। ਠੀਕ ਹੈ, ਉਹਨੂੰ ਡੀ ਬਰੋਗਲੀ ਹਾਈਪੋਥੀਸਿਸ ਕਹਿੰਦੇ ਹਾਂ ਆਪਾਂ। ਤਾਂ ਉਹ ਹਾਈਪੋਥੀਸਿਸ ਦੇ ਹਿਸਾਬ ਨਾਲ ਕੀ ਕਹਿੰਦਾ ਸੀ ਉਹ? ਅਕੋਰਡਿੰਗ ਟੂ ਦੈਟ all material particles in motion possess wave characteristics। ਕੀ ਕਹਿੰਦਾ ਕਿ ਜਦੋਂ ਕੋਈ ਵੀ ਮਟੀਰੀਅਲ ਪਾਰਟੀਕਲ, ਜਿਵੇਂ ਪੈਨ ਹੈ, ਪੈਨ ਨੂੰ ਤੁਸੀਂ ਮੂਵ ਕਰਾ ਦਿਓ, ਬੋਲ ਹੈ, ਬੋਲ ਨੂੰ ਮੂਵ ਕਰਾਉਂਦੇ ਹੋ, ਬੱਸ ਹੈ, ਕਾਰ ਹੈ, ਟਰੱਕ ਹੈ, ਕੋਈ ਵੀ ਚੀਜ਼ ਜਦੋਂ ਮੂਵ ਕਰਦੀ ਆ, ਤਾਂ ਉਹ ਕਹਿੰਦੇ ਉਹਨਾਂ ਦੇ ਵਿੱਚ ਜਦੋਂ ਵੀ ਉਹ ਮੋਸ਼ਨ 'ਚ ਹੁੰਦੀ ਹੈ ਕੋਈ ਵੀ ਚੀਜ਼, ਤਾਂ ਉਹਦੇ ਨਾਲ ਕੀ ਹੁੰਦੀਆਂ? ਵੇਵਜ਼ ਐਸੋਸ਼ੀਏਟ ਹੁੰਦੀਆਂ। ਤਾਂਹੀਓ ਆਪਾਂ ਨੂੰ ਜੇ ਬੋਲ ਛੋਟੀ ਹੈ, ਤੁਸੀਂ ਉਹਨੂੰ ਹਵਾ 'ਚ ਉਛਾਲੋ ਤਾਂ ਉਹ ਵੇਵ ਦੀ ਤਰ੍ਹਾਂ ਲੱਗਦੀ ਹੈ ਆਪਾਂ ਨੂੰ। ਬੋਲ ਘੱਟ ਦਿਖਦੀ ਹੈ, ਉਹਦੇ ਨਾਲ ਵੇਵਜ਼ ਜੋ ਜ਼ਿਆਦਾ ਦਿਖਦੀਆਂ ਨੇ। ਠੀਕ ਹੈ, ਅਤੇ ਜੇ ਵੇਵਜ਼ ਹੈਗੀਆਂ ਤਾਂ ਉਹਨਾਂ ਦੀ ਵੇਵ ਲੈਂਥ ਵੀ ਹੋਊਗੀ। ਠੀਕ ਹੈ, ਕਿਉਂਕਿ ਵੇਵ ਲੈਂਥ ਉਹਨਾਂ ਦੀ ਲੈਂਥ ਨੂੰ ਮੈਸ਼ਰ ਕਰੂਗੀ ਕਿ ਵੇਵ ਕਿੰਨੀ ਉੱਚੀ ਹੈ, ਕਿੰਨੀ ਜੇ ਕਿ ਕੁਛ ਵੀ ਹੈਗੀ ਆ, ਹੈ ਨਾ, ਕਿੰਨੀ ਐਨਰਜੀ ਵਾਲੀਆਂ ਹੈਗੀਆਂ। ਤਾਂ ਉਹ ਹੁਣ ਆਪਣੇ ਕੋਲ ਹੈਗੀਆਂ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮੈਟਰ ਵੇਵਜ਼। ਜਿਹੜੀਆਂ ਵੇਵਜ਼ ਇਸ ਤਰੀਕੇ ਨਾਲ ਮੈਟਰ ਦੇ ਨਾਲ, ਮਟੀਰੀਅਲਸ ਦੇ ਨਾਲ ਹੁੰਦੀਆਂ ਨੇ, ਬੱਸਾਂ ਨਾਲ, ਕਾਰਾਂ ਨਾਲ, ਮੀਨਜ਼ ਇਲੈਕਟ੍ਰੋਨ ਨਾਲ, ਪ੍ਰੋਟੋਨ ਨਾਲ, ਕਿਸੇ ਵੀ ਚੀਜ਼ ਨਾਲ, ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਮੈਟਰ ਵੇਵਸ ਕਹਿੰਦੇ ਆ। ਠੀਕ ਹੈ, ਤਾਂ ਹੁਣ ਉਹਨੇ ਕੀ ਕਿਹਾ ਸੀ? ਜਦੋਂ ਕੋਈ ਵੀ ਚੀਜ਼ ਮੋਸ਼ਨ ਦੇ ਵਿੱਚ ਆ ਤਾਂ ਉਹਦੇ ਵਿੱਚ ਕੀ ਹੋਣਗੀਆਂ? ਵੇਵਜ਼ ਹੋਣਗੀਆਂ। ਉਹਦੇ ਨਾਲ ਕੀ ਐਸੋਸ਼ੀਏਟ ਹੋਣਗੀਆਂ? ਵੇਵਜ਼। ਹਰੇਕ ਮਟੀਰੀਅਲ ਦੇ ਨਾਲ ਵੇਵਜ਼ ਐਸੋਸ਼ੀਏਟ ਹੁੰਦੀਆਂ ਨੇ। ਡਿਪੈਂਡ ਕਰਦਾ ਰਾਜੇ ਉਹ ਚੀਜ਼ ਕਿ ਉਹ ਜਿਹੜੀਆਂ ਵੇਵਜ਼ ਨੇ ਉਹ ਕਈ ਵਾਰੀ ਕੀ ਹੁੰਦੀਆਂ? ਜ਼ਿਆਦਾ ਹੁੰਦੀਆਂ, ਕਈ ਵਾਰੀ ਘੱਟ ਹੁੰਦੀਆਂ। ਉਹ ਕਿਹਦੇ 'ਤੇ ਡਿਪੈਂਡ ਕਰਦਾ? ਉਹ ਅੱਗੇ ਪੜ੍ਹਦੇ ਹਾਂ ਆਪਾਂ। ਤਾਂ ਡੀ ਬਰੋਗਲੀ ਹਾਈਪੋਥੀਸਿਸ ਕੀ ਹੈ? ਕਿ ਸਾਰੇ ਮਟੀਰੀਅਲ ਪਾਰਟੀਕਲ ਜਦੋਂ ਮੋਸ਼ਨ 'ਚ ਹੋਣਗੇ ਤਾਂ ਉਹਨਾਂ 'ਚ ਵੇਵ ਕਰੈਕਟਰਿਸਟਿਕ ਹੋਊਗਾ। ਜਿਹੜੀਆਂ ਮੈਟਰ ਦੇ ਨਾਲ ਵੇਵਜ਼ ਹੋਣਗੀਆਂ ਉਹਨਾਂ ਨੂੰ ਮੈਟਰ ਵੇਵਜ਼ ਕਹਿੰਦੇ ਆ। ਫਿਰ ਆ ਗਿਆ ਡੀ, ਸਿਰਫ ਮੋਸ਼ਨ 'ਚ ਇਹ ਚੀਜ਼ ਕੰਡੀਸ਼ਨ ਹੈ। ਜਦੋਂ ਪੈਨ ਰੈਸਟ 'ਤੇ ਪਿਆ ਤਾਂ ਇਹਦੇ 'ਚ ਵੇਵ ਕਰੈਕਟਰ ਨਹੀਂ ਹੈਗਾ, ਪਾਰਟੀਕਲ ਕਰੈਕਟਰ ਹੈ। ਜਦੋਂ ਇਹਨੂੰ ਆਪਾਂ ਹਵਾ 'ਚ ਉਛਾਲਾਂਗੇ, ਜਦੋਂ ਇਹ ਮੋਸ਼ਨ 'ਚ ਹੋਊਗਾ ਤਾਂ ਇਹਦੇ 'ਚ ਵੇਵ ਕਰੈਕਟਰ ਆ ਜਾਊਗਾ। ਠੀਕ ਹੈ, ਤਾਂ ਅੱਗੇ ਆ ਗਿਆ ਡੀ ਬਰੋਗਲੀ ਰਿਲੇਸ਼ਨਸ਼ਿਪ। ਉਹਨੇ ਆਪਦਾ ਰਿਲੇਸ਼ਨਸ਼ਿਪ ਡਰਾਈਵ ਕੀਤਾ। ਉਹਨੇ ਦੋ ਥਿਊਰੀਜ਼ ਨੂੰ ਲਿਆ। ਪਹਿਲੀ ਉਹਨੇ ਆਈਨਸਟਾਈਨ ਥਿਊਰੀ ਲਈ E=mc²। ਐਮ ਮਾਸ ਆ ਗਿਆ ਪਾਰਟੀਕਲ ਦਾ, ਸੀ ਵੈਲੋਸਿਟੀ ਆਫ ਲਾਈਟ ਆ ਗਈ। ਫਿਰ ਪਲੈਂਕ ਥਿਊਰੀ ਲਈ E=hν, ਵੇਅਰ h ਇਜ਼ ਪਲੈਂਕ ਕਾਂਸਟੈਂਟ, E ਐਨਰਜੀ, ਨਿਊ ਫ੍ਰੀਕੁਐਂਸੀ। ਹੁਣ ਪਹਿਲੀ ਇਕੁਏਸ਼ਨ ਇਹਨਾਂ ਦੇ ਤਾਂ ਦੂਜੀ ਦੋਨੋਂ E ਦੀਆਂ ਵੈਲਿਊਜ਼ ਨੇ ਤਾਂ ਦੋਨੋਂ ਆਪਸ 'ਚ ਇਕੁਅਲ ਹੋਣਗੀਆਂ। hν=mc² ਆ ਗਿਆ, ਅਤੇ ਆਪਾਂ ਨੂੰ ਪਤਾ νu=c/λ ਹੁੰਦਾ। νu=c/λ ਜਦੋਂ ਤੁਸੀਂ ਇੱਥੇ ਪੁੱਟ ਕੀਤਾ h ਦੇ ਨਾਲ, h, ਇਹ h ਲਿਖਿਆ ਹੋਇਆ, h ਆ ਗਿਆ, ਨਿਊ ਦੀ ਜਗ੍ਹਾ c/λ ਪੁੱਟ ਕਰਤਾ, mc², c ਨਾਲ c ਕੱਟਿਆ ਗਿਆ, ਅਤੇ ਇਹ ਕੀ ਬਚ ਗਿਆ ਆਪਣੇ ਕੋਲ? hλ=mc। ਲੈਮਡਾ ਕਿਉਂਕਿ ਹੁਣ ਆਪਾਂ ਵੇਵ ਲੈਂਥ ਕੱਢਣੀ ਹੈ, ਕਿਉਂਕਿ ਵੇਵਜ਼ ਐਸੋਸ਼ੀਏਟ ਨੇ ਤਾਂ ਆਪਾਂ ਵੇਵ ਲੈਂਥ ਕੈਲਕੂਲੇਟ ਕਰਨੀ ਹੈ। ਤਾਂ ਲੈਮਡਾ ਕੀ ਹੁੰਦਾ? ਵੇਵ ਲੈਂਥ ਹੁੰਦੀ ਆ। ਤਾਂ ਲੈਮਡਾ ਇਹ ਚੀਜ਼ ਵੇਵ ਲੈਂਥ ਹੈ। ਤਾਂ ਲੈਮਡਾ =h/mc। ਇਹ ਆ ਗਿਆ ਆਪਣੇ ਕੋਲ ਡੀ ਬਰੋਗਲੀ ਰਿਲੇਸ਼ਨਸ਼ਿਪ। h ਪਲੈਂਕ ਕਾਂਸਟੈਂਟ, ਮਾਸ ਆਫ ਆਬਜੈਕਟ, ਕਿਸੇ ਵੀ ਮਟੀਰੀਅਲ ਜਿਹਦੀ ਤੁਸੀਂ ਵੇਵਜ਼ ਕੱਢਣੀਆਂ ਹੈਗੀਆਂ, ਜੇ ਪੈਨ ਆ ਤਾਂ ਪੈਨ ਦਾ ਮਾਸ, ਜੇ ਬੋਲ ਆ ਤਾਂ ਬੋਲ ਦਾ ਮਾਸ, ਜੇ ਬੱਸ ਆ ਤਾਂ ਬੱਸ ਦਾ ਮਾਸ, ਜਿਹੜੀ ਵੀ ਚੀਜ਼ ਦੀਆਂ। ਤਾਂ ਸੀ ਆ ਗਿਆ ਵੈਲੋਸਿਟੀ ਆਫ ਲਾਈਟ। ਇੱਥੋਂ ਹੁਣ ਆਪਾਂ ਨੂੰ ਪਤਾ ਲੱਗਦਾ ਲੈਮਡਾ, ਕਿਉਂਕਿ h ਅਤੇ m ਤਾਂ ਆਲਮੋਸਟ ਕਾਂਸਟੈਂਟ ਹੋ ਗਏ। ਤਾਂ ਇਹ ਆ ਗਿਆ ਆਪਣੇ ਕੋਲ ਸੀ ਵੈਲੋਸਿਟੀ ਆਫ ਲਾਈਟ ਕਾਂਸਟੈਂਟ ਹੁੰਦੀ ਹੈ 3.8 × 10⁻8 ਮੀਟਰ/ਸੈਕਿੰਡ। h ਪਲੈਂਕ ਕਾਂਸਟੈਂਟ ਆ 6.63 × 10⁻34 ਜੂਲ ਸੈਕਿੰਡ। ਇਹ ਦੀਆਂ ਵੈਲਿਊਜ਼ ਨੇ, ਇਹਨਾਂ ਦੀਆਂ ਫਿਕਸ ਨੇ।
ਤਾਂ ਆਪਣੇ ਕੋਲੇ ਲੈਮਡਾ ਕੀ ਹੋ ਗਿਆ, ਇਨਵਰਸਲੀ ਪ੍ਰਪੋਰਸ਼ਨਲ ਟੂ ਮਾਸ। ਜਦੋਂ ਚੀਜ਼ ਨੀਚੇ ਹੁੰਦੀ ਹੈ ਨਾ ਚੀਜ਼ ਕੋਈ ਵੀ, ਤਾਂ ਉਹ ਇੱਕ ਦੂਜੇ ਦੇ ਕਿਹੜੇ ਰਿਲੇਸ਼ਨ 'ਚ ਹੁੰਦੀ ਹੈ, ਇਨਵਰਸਲੀ 'ਚ। ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਕੀ ਹੁੰਦਾ, ਦੇਖੋ ਜੇ ਕੋਈ ਚੀਜ਼ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤਾਂ ਇਹਨੂੰ ਇੱਦਾਂ ਲਿਖਦੇ ਆ, ਇਨਵਰਸਲੀ ਪ੍ਰਪੋਰਸ਼ਨਲ ਨੂੰ 1/, 'ਚ ਕਰਕੇ ਲਿਖਦੇ ਆ। ਡਾਇਰੈਕਟ ਦਾ ਮਤਲਬ ਕੀ ਹੁੰਦਾ ਕਿ ਜੇ ਇੱਕ ਚੀਜ਼ ਇਨਕਰੀਜ਼ ਹੋ ਰਹੀ ਹੈ, ਜੇ ਐਕਸ ਇਨਕਰੀਜ਼ ਹੋ ਰਿਹਾ ਤਾਂ ਵਾਈ ਵੀ ਇਨਕਰੀਜ਼ ਹੋਊਗਾ, ਮਤਲਬ ਇਹਨਾਂ 'ਚ ਡਾਇਰੈਕਟ ਰਿਲੇਸ਼ਨ ਹੈ। ਜੇ ਇੱਕ ਵਧੂਗਾ ਦੂਜਾ ਵੀ ਵਧੂਗਾ, ਜੇ ਇੱਕ ਘਟੂਗਾ ਦੂਜਾ ਵੀ ਘਟੂਗਾ, ਦੋਨਾਂ 'ਚ ਜਿਹੜਾ ਵੀ ਮਰਜ਼ੀ। ਇਨਵਰਸ ਰਿਲੇਸ਼ਨ ਕੀ ਆ ਗਿਆ, ਆਪੋਜ਼ਿਟ। ਆਪੋਜ਼ਿਟ ਮਤਲਬ ਜੇ ਇੱਕ ਐਕਸ ਵਧੂਗਾ ਤਾਂ ਵਾਈ ਕੀ ਹੋਊਗਾ, ਘਟੂਗਾ। ਜੇ ਐਕਸ ਘਟੂਗਾ ਤਾਂ ਵਾਈ ਵਧੂਗਾ। ਠੀਕ ਹੈ, ਇਨਵਰਸ ਰਿਲੇਸ਼ਨ ਹੈ। ਤਾਂ ਇਹਦੇ ਵਿੱਚ ਵੀ ਹੁਣ ਲੈਮਡਾ ਅਤੇ ਐਮ ਦਾ ਇਨਵਰਸ ਰਿਲੇਸ਼ਨ ਆ ਗਿਆ, ਉਲਟ ਰਿਲੇਸ਼ਨ ਆ ਗਿਆ। ਦੈਟ ਮੀਨਸ ਕੀ ਹੈ ਕਿ ਜੇ ਮਾਸ ਵਧੂਗਾ ਤਾਂ ਲੈਮਡਾ ਘਟੂਗਾ, ਜੇ ਮਾਸ ਘਟੂਗਾ ਤਾਂ ਲੈਮਡਾ ਵਧੂਗਾ। ਠੀਕ ਹੈ, ਅਤੇ ਇਹਦਾ ਮਤਲਬ ਕੀ ਹੈ ਕਿ ਜੇ ਹੁਣ ਆਪਾਂ ਗੱਲ ਕਰਦੇ ਹਾਂ ਦੋ ਬੋਲ ਦੀ, ਇੱਕ ਆਹ ਬੋਲ ਹੈ ਅੱਗੇ ਦਿੱਤੀ ਹੋਈ ਆ, ਠੀਕ ਹੈ, ਆਹ ਛੋਟੀ ਬੋਲ ਹੈ, ਆਹ ਵੱਡੀ ਬੋਲ ਹੈ। ਇਹਦਾ ਮਾਸ ਜ਼ਿਆਦਾ, ਇਹਦਾ ਮਾਸ ਘੱਟ ਹੈ। ਹੁਣ ਜਿਹਦਾ ਮਾਸ ਘੱਟ ਹੈ ਇਹਦਾ ਲੈਮਡਾ ਜ਼ਿਆਦਾ, ਇਹਦਾ ਲੈਮਡਾ ਘੱਟ ਹੈ, ਕਿਉਂਕਿ ਅਲਟੀਮੇਟਲੀ ਆਪਾਂ ਲੈਮਡਾ ਹੀ ਕੈਲਕੂਲੇਟ ਕਰਨਾ ਹੈ। ਦੈਟ ਮੀਨਸ ਜਿੰਨਾ ਮਾਸ, ਹੁਣ ਜੇ ਤੁਸੀਂ ਇੱਕ ਛੋਟੀ ਬੋਲ ਨੂੰ ਤੇ ਸੁੱਟੋਗੇ, ਇੱਕ ਵੱਡੀ ਨੂੰ ਸੁੱਟੋਗੇ, ਤਾਂ ਵੇਵ ਪਾਰਟੀਕਲ ਤੁਹਾਨੂੰ ਵੇਵ ਨੇਚਰ ਕਿਹਦੇ 'ਚ ਜ਼ਿਆਦਾ ਦਿਸੂਗਾ, ਛੋਟੀ ਬੋਲ 'ਚ ਜ਼ਿਆਦਾ ਦਿਸੂਗਾ, ਉਹਦੇ 'ਚ ਲੈਮਡਾ ਹੈਗਾ ਜਿਹੜਾ ਉਹ ਜ਼ਿਆਦਾ ਹੋਊਗਾ। ਠੀਕ ਹੈ, ਜੇ ਲੈਮਡਾ ਹੁਣ ਜਿਹੜੀ ਬੋਡੀ, ਜੇ ਹੁਣ ਬੱਸ ਹੈ, ਬੱਸ ਆਪਾਂ ਨੂੰ ਕਿ ਬੱਸ ਦੇ ਨਾਲ ਜਿਹੜੀਆਂ ਵੇਵਸ ਆ ਉਹ ਘੱਟ ਦਿਖਦੀਆਂ ਨੇ, ਬੱਸ ਆਪਾਂ ਨੂੰ ਪਾਰਟੀਕਲ ਵਾਂਗੂ ਹੀ ਦਿਖਦੀ ਹੈ, ਆਪਾਂ ਦੂਰੋਂ ਰਿਕਗਨਾਈਜ਼ ਕਰ ਲੈਂਦੇ ਵੀ ਬੱਸ ਹੀ ਜਾ ਰਹੀ ਹੈ। ਠੀਕ ਹੈ, ਤਾਂ ਉਹਦੇ ਵਿੱਚ ਹੁਣ ਆਪਣੇ ਕੋਲ ਕੀ ਹੈਗਾ ਕਿ ਜਿੰਨਾ ਮਾਸ ਘੱਟ ਹੋਊਗਾ ਉਨਾ ਲੈਮਡਾ ਜ਼ਿਆਦਾ ਹੋਊਗਾ। ਅਤੇ ਕਈ ਵਾਰੀ ਵੱਡੀਆਂ ਚੀਜ਼ਾਂ ਦਾ ਮਾਸ ਇੰਨਾ ਜ਼ਿਆਦਾ ਹੁੰਦਾ ਕਿ ਲੈਮਡਾ ਇੰਨਾ ਘੱਟ ਹੁੰਦਾ, ਜਿਹਦਾ ਮਾਸ ਜ਼ਿਆਦਾ ਹੋਊਗਾ ਲੈਮਡਾ ਘੱਟ ਹੋਊਗਾ। ਲੈਮਡਾ ਇੰਨਾ ਕੁ ਘੱਟ ਹੁੰਦਾ ਕਿ ਉਹ ਆਪਾਂ ਕਿਸੇ ਅਪਰੇਟਸ ਨਾਲ ਮੈਸ਼ਰ ਨਹੀਂ ਕਰ ਸਕਦੇ। ਠੀਕ ਹੈ, ਅਤੇ ਲੈਮਡਾ ਇੰਨੀ ਕੁ ਵੈਲਿਊ ਤਾਂ ਹੋਣੀ ਚਾਹੀਦੀ ਵੀ ਆਪਾਂ ਉਹਨੂੰ ਕੈਲਕੂਲੇਟ ਕਰ ਲਈਏ, ਨਿਊਮੈਰੀਕਲੀ ਆਪਾਂ ਕੈਲਕੂਲੇਟ ਕਰ ਲਾਂਗੇ, ਪਰ ਉਹਨੂੰ ਕਿਸੇ ਅਪਰੇਟਸ ਦੇ ਵਿੱਚ ਉਹਦੀ ਮੈਸ਼ਰਮੈਂਟ ਨਹੀਂ ਆਉਂਦੀ। ਠੀਕ ਹੈ, ਤਾਂ ਕਰਕੇ ਮਾਸ ਆਪਣੇ ਕੋਲ ਘੱਟ ਹੋਣਾ ਚਾਹੀਦਾ, ਤਾਂ ਲੈਮਡਾ ਦੀ ਵੈਲਿਊ ਜ਼ਿਆਦਾ ਆਊਗੀ। ਤਾਂ ਕਰਕੇ ਜਿਹੜਾ ਡੀ ਬਰੋਗਲੀ ਰਿਲੇਸ਼ਨਸ਼ਿਪ ਹੈ ਇਹ ਛੋਟੀਆਂ ਚੀਜ਼ਾਂ ਵਾਸਤੇ ਹੈ, ਵੱਡੀਆਂ ਵਾਸਤੇ ਨਹੀਂ ਹੈਗਾ, ਕਿਉਂਕਿ ਉਹਨਾਂ ਦੀਆਂ ਵੇਵਸ ਆਪਾਂ ਕੈਲਕੂਲੇਟ ਨਹੀਂ ਕਰ ਸਕਦੇ। ਇਹ ਇਲੈਕਟ੍ਰੋਨ, ਪ੍ਰੋਟੋਨ ਅਤੇ ਐਟਮਸ ਅਤੇ ਮੋਲੀਕਿਊਲਸ ਵਾਸਤੇ ਹੈ। ਠੀਕ ਹੈ, ਸਮਝ ਲੱਗ ਗਈ। ਤਾਂ ਕਰਕੇ ਇਹ ਕਿਹਦੇ ਵਾਸਤੇ ਹੈਗਾ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ ਵਾਸਤੇ। ਜੇ ਤੁਹਾਨੂੰ ਇਹਦਾ ਫਿਜ਼ੀਕਲ ਸਿਗਨੀਫੀਕੈਂਸ ਪੁੱਛਣ ਤਾਂ ਤੁਸੀਂ ਇਹੀ ਲਿਖਣਾ, ਇਟ ਇਜ਼ ਐਪਲੀਕੇਬਲ ਟੂ ਮਾਈਕਰੋਸਕੋਪਿਕ ਆਬਜੈਕਟ ਓਨਲੀ। ਵੱਡਿਆਂ ਵਾਸਤੇ ਨਹੀਂ ਹੈਗਾ। ਕਿਉਂ ਨਹੀਂ ਹੈਗਾ ਵੱਡਿਆਂ ਵਾਸਤੇ? ਕਿਉਂਕਿ ਮਾਸ ਦੇ ਇਨਵਰਸਲੀ ਪ੍ਰਪੋਰਸ਼ਨਲ ਆ, ਅਤੇ ਮਾਸ ਜਿੰਨਾ ਜ਼ਿਆਦਾ ਹੋਊਗਾ ਉਨੀ ਲੈਮਡਾ ਘੱਟ ਹੋਊਗੀ, ਜਿਹੜੀ ਮੈਜ਼ਰੇਬਲ ਨਹੀਂ ਹੁੰਦੀ ਗੀ। ਛੋਟਿਆਂ ਦੀ ਮੈਜ਼ਰ ਹੋ ਜਾਊਗੀ, ਕਿਉਂਕਿ ਛੋਟਿਆਂ ਦਾ ਮਾਸ ਘੱਟ ਆ ਤਾਂ ਲੈਮਡਾ ਬਹੁਤ ਜ਼ਿਆਦਾ ਹੋ ਜਾਊਗੀ, ਅਤੇ ਅਲਟੀਮੇਟਲੀ ਆਪਾਂ ਲੈਮਡਾ ਹੀ ਕੈਲਕੂਲੇਟ ਕਰਨਾ। ਠੀਕ ਹੈ, ਅਤੇ ਆਹ ਰਿਲੇਸ਼ਨ ਹੈ ਲੈਮਡਾ ਇਕੁਅਲ ਟੂ h/mc। ਸੀ ਵੈਲੋਸਿਟੀ ਆਫ ਲਾਈਟ ਸੀ, ਜੇ ਲਾਈਟ ਤੋਂ ਬਿਨਾਂ ਆਪਾਂ ਕਿਸੇ ਹੋਰ ਚੀਜ਼ ਦੀ ਗੱਲ ਕਰਦੇ ਹਾਂ ਤਾਂ ਉਹਨੂੰ v ਨਾਲ ਰਿਪਲੇਸ ਕਰਤਾ, v ਵੈਲੋਸਿਟੀ ਆ ਗਈ। ਠੀਕ ਹੈ, ਜਿਹੜੀ ਵੈਲੋਸਿਟੀ ਦੇ ਨਾਲ ਕੋਈ ਵੀ ਚੀਜ਼ ਮੂਵ ਕਰੂਗੀ, ਜੇ ਬੋਲ ਨੂੰ ਸਿੱਟਿਆ ਤਾਂ ਬੋਲ ਕਿਹੜੀ ਵੈਲੋਸਿਟੀ ਨਾਲ ਮੂਵ ਕਰ ਰਹੀ ਹੈ। ਆ ਜਿਹੜੀ ਵੀ ਚੀਜ਼ ਨੂੰ ਆਪਾਂ ਗੱਲ ਕਰਾਂਗੇ ਉਹਦਾ ਮਾਸ ਅਤੇ h ਪਲੈਂਕ ਕੌਨਸਟੈਂਟ ਆ ਗਿਆ। ਠੀਕ ਹੈ, ਇਹ ਫਾਰਮੂਲਾ ਯਾਦ ਰੱਖਣਾ ਫॉर numerical purpose and try to solve the numericals by yourself only. Okay, then next and important is Heisenberg uncertainty principle. ਇਹ ਪ੍ਰਿੰਸੀਪਲ ਕੀ ਕਹਿੰਦਾ? It is impossible, this is written impossible to measure simultaneously both position and momentum ਜਾਂ velocity of microscopic particles with accuracy. ਉਹ ਕੀ ਕਹਿੰਦਾ? ਇਹ ਇੰਪੋਸੀਬਲ ਹੈ ਦੋ ਚੀਜ਼ਾਂ ਨੂੰ ਇੱਕੋ ਟਾਈਮ 'ਤੇ ਐਕੂਰੇਸੀ ਦੇ ਨਾਲ ਮੈਸ਼ਰ ਕਰਨਾ। ਠੀਕ ਹੈ, ਦੋ ਵਰਡ ਆਏ ਹੈ, ਸਾਈਮਲਟੇਨੀਅਸਲੀ ਅਤੇ ਐਕੂਰੇਸੀ। ਸਾਈਮਲਟੇਨੀਅਸਲੀ ਹੁੰਦਾ ਐਟ ਦਾ ਸੇਮ ਟਾਈਮ, ਜਿਵੇਂ ਮੰਨ ਲਓ ਵੀ ਇੱਕ ਟਾਈਮ 'ਤੇ ਤੁਸੀਂ ਖਾਣਾ ਵੀ ਖਾ ਰਹੇ ਹੋ ਅਤੇ ਟੀ ਵੀ ਵੇਖ ਰਹੇ ਹੋ, ਤਾਂ ਸਾਈਮਲਟੇਨੀਅਸਲੀ ਤੁਸੀਂ ਦੋ ਕੰਮ ਕਰ ਰਹੇ ਹੋ। ਤਾਂ ਕਹਿੰਦੇ ਸਾਈਮਲਟੇਨੀਅਸਲੀ ਇੱਕੋ ਟਾਈਮ 'ਤੇ ਦੋ ਚੀਜ਼ਾਂ ਨੂੰ ਪਤਾ ਕਰਨਾ ਮੁਸ਼ਕਿਲ ਹੈ। ਕਿਹਨੂੰ? ਪੋਜੀਸ਼ਨ ਅਤੇ ਵੈਲੋਸਿਟੀ ਨੂੰ। ਕਿਹਦੀ? ਮਾਈਕਰੋਸਕੋਪਿਕ ਪਾਰਟੀਕਲ ਦੀ। ਮਾਈਕਰੋਸਕੋਪਿਕ ਪਾਰਟੀਕਲਸ ਕੀ ਹੋ ਗਏ? ਜਿਵੇਂ ਐਟਮਸ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਇਹ ਸਾਰੀਆਂ ਚੀਜ਼ਾਂ। ਠੀਕ ਹੈ, ਉਹਨਾਂ ਦੀ ਵੈਲੋਸਿਟੀ ਅਤੇ ਪੋਜੀਸ਼ਨ ਆਪਾਂ ਇੱਕੋ ਟਾਈਮ 'ਤੇ ਨਹੀਂ ਦੱਸ ਸਕਦੇ, ਅਤੇ ਜੇ ਦੱਸਾਂਗੇ ਤਾਂ ਦੋਨਾਂ 'ਚੋਂ ਇੱਕ ਚੀਜ਼ ਗਲਤ ਹੋਊਗੀ, ਐਕੂਰੇਸੀ ਨਹੀਂ ਹੋਊਗੀ। ਐਕੂਰੇਸੀ ਮੀਨਜ਼ ਐਗਜ਼ੈਕਟ ਵੈਲਿਊ ਨਹੀਂ ਹੋਊਗੀ। ਠੀਕ ਹੈ,
ਹੁਣ ਜੇ ਮੰਨ ਲਓ ਕਿਉਂਕਿ ਜੇ ਹੁਣ ਆਪਣੇ ਕੋਲੇ ਇਲੈਕਟ੍ਰੋਨ ਹੁੰਦਾ, ਇਲੈਕਟ੍ਰੋਨ ਨੂੰ ਤੁਸੀਂ ਦੇਖ ਤਾਂ ਸਕਦੇ ਨਹੀਂ ਨੇਕਡ ਆਈਜ਼ ਨਾਲ ਕਿਉਂਕਿ ਮਾਸ ਬਹੁਤ ਘੱਟ ਹੁੰਦਾ, ਉਹਨੂੰ ਕੋਈ ਨਾ ਕੋਈ ਚੀਜ਼ ਉੱਪਰ ਲਾਈਟ ਪਾ ਕੇ ਹੀ ਦੇਖੋਗੇ। ਜਦੋਂ ਤੁਸੀਂ ਉਹਦੇ 'ਤੇ ਲਾਈਟ ਪਾਈ, ਲਾਈਟ ਪਾਉਣ ਨਾਲ ਉਹ ਕੀ ਹੁੰਦਾ, ਮੂਵ ਕਰ ਜਾਂਦਾ, ਕਿਸੇ ਵੀ ਡਾਇਰੈਕਸ਼ਨ 'ਚ ਮੂਵ ਕਰ ਜੂ, ਉੱਥੇ ਨਹੀਂ ਰਹੂਗਾ ਜਿੱਥੇ ਉਹ ਪਿਆ, ਕਿਉਂਕਿ ਉਹਦਾ ਮਾਸ ਬਹੁਤ ਛੋਟਾ ਹੁੰਦਾ, ਐਨਰਜੀ ਇੰਨੀ ਕੁ ਆ ਜਾਂਦੀ ਉਹਦੇ 'ਚ ਕਿ ਜਦੋਂ ਉਹਨੇ ਲਾਈਟ ਪਾਈ ਉਹਦੇ 'ਤੇ ਲਾਈਟ ਨਾਲ ਉਹ ਮੂਵ ਕਰਨ ਲੱਗ ਜਾਂਦਾ, ਲਾਈਟ ਨਾਲ ਇੰਨੀ ਕੁ ਫੋਰਸ ਲੱਗ ਜਾਂਦੀ ਹੈ। ਠੀਕ ਹੈ, ਤੁਹਾਨੂੰ ਜੇ ਤੁਸੀਂ ਉਹਨੂੰ ਦੇਖ ਨਹੀਂ ਸਕਦੇ ਤਾਂ ਪੋਜੀਸ਼ਨ ਨਹੀਂ ਦੱਸ ਸਕਦੇ, ਜੇ ਦੇਖੋਗੇ ਤਾਂ ਉਹ ਕੀ ਕਰ ਜਾਂਦਾ, ਮੂਵ ਕਰ ਜਾਂਦਾ, ਜੇ ਉਹ ਮੂਵ ਕਰ ਜਾਂਦਾ ਤਾਂ ਫਿਰ ਤੁਹਾਨੂੰ ਉਹਦੀ ਫਿਰ ਪੋਜੀਸ਼ਨ ਨਹੀਂ ਪਤਾ ਲੱਗੀ, ਫਿਰ ਤੁਸੀਂ ਜਿਹੜੀ ਚੀਜ਼ ਮੂਵ ਕਰ ਰਹੀ ਹੈ ਤਾਂ ਉਹਦੀ ਤੁਸੀਂ ਕੀ ਦੱਸ ਸਕਦੇ ਹੋ, ਵੈਲੋਸਿਟੀ ਦੱਸ ਸਕਦੇ ਹੋ। ਠੀਕ ਹੈ, ਜਿਵੇਂ ਹੁਣ ਜੇ ਕਾਰ ਖੜੀ ਹੈ ਤਾਂ ਤੁਸੀਂ ਉਹਦੀ ਵੈਲੋਸਿਟੀ ਨਹੀਂ ਦੱਸ ਸਕਦੇ ਵੀ ਉਹ ਕਿੰਨੀ ਤੇਜ਼ੀ ਨਾਲ ਜਾਊਗੀ, ਜਦੋਂ ਉਹ ਮੂਵ ਕਰ ਰਹੀ ਹੈ ਤਾਂ ਆਪਾਂ ਦੇਖ ਲੈਂਦੇ ਹਾਂ ਵੀ ਆਹ ਕਾਰ 80 ਦੀ ਸਪੀਡ 'ਤੇ ਜਾਂਦੀ ਹੋਊਗੀ, ਮੀਨਜ਼ ਤੁਸੀਂ ਉਹਦੀ ਵੈਲੋਸਿਟੀ ਜਦੋਂ ਕੋਈ ਚੀਜ਼ ਚੱਲ ਰਹੀ ਹੈ ਸਿਰਫ ਉਹਦੀ ਦੱਸ ਸਕਦੇ ਹੋ। ਪੋਜੀਸ਼ਨ ਜਦੋਂ ਕੋਈ ਚੀਜ਼ ਖੜੀ ਹੈ ਤੁਸੀਂ ਉਹਦੀ ਦੱਸ ਸਕਦੇ ਹੋ, ਤਾਂ ਇਹ ਚੀਜ਼ ਖੜੀ ਹੈ ਤਾਂ ਆਪਾਂ ਨੂੰ ਦਿਖਦੀ ਨਹੀਂ ਹੈ, ਜੇ ਦਿਖਦੀ ਹੈ ਤਾਂ ਆਪਾਂ ਲਾਈਟ ਪਾਉਂਦੇ, ਲਾਈਟ ਨਾਲ ਉਹ ਮੂਵ ਕਰਨ ਲੱਗੇ ਨਹੀਂ, ਮੀਨਜ਼ ਆਪਾਂ ਇੱਕ ਹੀ ਚੀਜ਼ ਦੱਸ ਪਾਵਾਂਗੇ, ਚਾਹੇ ਤਾਂ ਪੋਜੀਸ਼ਨ ਦੱਸ ਦਈਏ ਅਤੇ ਚਾਹੇ ਆਪਾਂ ਉਹਦੀ ਵੈਲੋਸਿਟੀ ਦੱਸ ਦਈਏ। ਜਦੋਂ ਮੂਵ ਕਰਨ ਲੱਗ ਗਿਆ ਤਾਂ ਆਪਾਂ ਉਹਦੀ ਕੀ ਦੱਸ ਪਾਵਾਂਗੇ, ਵੈਲੋਸਿਟੀ ਦੱਸ ਪਾਵਾਂਗੇ, ਪੋਜੀਸ਼ਨ ਨਹੀਂ ਦੱਸ ਪਾਵਾਂਗੇ। ਠੀਕ ਹੈ, ਅਤੇ ਇਹੀ ਹਾਈਜ਼ਨਬਰਗ ਪ੍ਰਿੰਸੀਪਲ ਸੀਗਾ। ਅਤੇ ਆਪਾਂ ਕਾਰਾਂ ਦੀ ਵਗੈਰਾ ਦੀ ਪੋਜੀਸ਼ਨ ਫਿਰ ਵੀ ਆਇਡੈਂਟੀਫਾਈ ਕਰ ਸਕਦੇ ਹਾਂ ਕਿਉਂਕਿ ਉਹਨਾਂ 'ਤੇ ਜੇ ਸੂਰਜ ਦੀ ਲਾਈਟ ਪੈਂਦੀ ਤਾਂ ਇਹ ਤਾਂ ਨਹੀਂ ਵੀ ਉਹ ਚੱਲ ਪੈਂਦੀਆਂ, ਉਹ ਖੜੀਆਂ ਰਹਿੰਦੀਆਂ ਕਿਉਂਕਿ ਉਹਨਾਂ ਨੂੰ ਐਨਰਜੀ ਜ਼ਿਆਦਾ ਚਾਹੀਦੀ ਹੁੰਦੀ ਹੈ ਚੱਲਣ ਵਾਸਤੇ। ਇਲੈਕਟ੍ਰੋਨ ਨੂੰ ਇੰਨੀ ਕੁ ਐਨਰਜੀ ਬਹੁਤ ਹੁੰਦੀ ਹੈ ਵੀ ਲਾਈਟ ਪਾਈ ਅਤੇ ਉਹ ਮੂਵ ਕਰਨ ਲੱਗ ਗਿਆ ਕਿਉਂਕਿ ਉਹਨਾਂ ਦਾ ਮਾਸ ਜ਼ਿਆਦਾ ਹੁੰਦਾ ਕਾਰਾਂ ਟਰੱਕਾਂ ਦਾ, ਅਤੇ ਇਹ ਆਪਣੇ ਕੋਲ ਕੀ ਆ, ਛੋਟੀਆਂ ਚੀਜ਼ਾਂ ਨੇ, ਛੋਟੀਆਂ ਚੀਜ਼ਾਂ ਦਾ ਮਾਸ ਘੱਟ ਹੁੰਦਾ ਅਤੇ ਥੋੜ੍ਹੀ ਜਿਹੀ ਐਨਰਜੀ ਨਾਲ ਮੂਵ ਕਰਨ ਲੱਗ ਜਾਂਦੀ। ਜਿਵੇਂ ਹੁਣ ਇੱਕ ਪਤਲਾ ਬੰਦਾ, ਇੱਕ ਮੋਟਾ, ਪਤਲੇ ਨੂੰ ਤੁਸੀਂ ਥੋੜ੍ਹਾ ਧੱਕਾ ਦਿਓ ਉਹ ਗਾਂਹ ਜਾ ਉੱਡਦਾ, ਮੋਟੇ ਨੂੰ ਜ਼ਿਆਦਾ ਧੱਕਾ ਲਾਉਣਾ ਪੈਂਦਾ, ਅਤੇ ਇਹ ਪਤਲੀਆਂ ਚੀਜ਼ਾਂ ਨੇ। ਠੀਕ ਹੈ, ਕਾਰ ਟਰੱਕ ਦੇ ਕੰਪੈਰੀਜ਼ਨ ਤਾਂ ਬਹੁਤ ਮਾਈਨਿਊਟ ਨੇ। ਠੀਕ ਹੈ, ਤਾਂ ਦਿਸ ਇਜ਼ ਹਾਈਜ਼ਨਬਰਗ ਪ੍ਰਿੰਸੀਪਲ। ਅਗੇਨ ਇਹਦਾ ਮੈਥਮੈਟੀਕਲ ਐਕਸਪ੍ਰੈਸ਼ਨ ਹੈਗਾ ਡੈਲਟਾ ਐਕਸ ਡੈਲਟਾ ਪੀ ਗ੍ਰੇਟਰ ਦੈਨ h/4π ਗ੍ਰੇਟਰ ਦੈਨ ਇਕੁਅਲ ਟੂ। ਡੈਲਟਾ ਐਕਸ ਕੀ ਹੈਗੀ ਆ, ਡੈਲਟਾ ਐਕਸ ਹੈਗੀ ਆ ਅਨਸਰਟੇਨਟੀ ਇਨ ਪੋਜੀਸ਼ਨ, ਡੈਲਟਾ ਪੀ ਹੈਗੀ ਆ ਅਨਸਰਟੇਨਟੀ ਇਨ ਮੂਵਮੈਂਟ। ਅਨਸਰਟੇਨਟੀ ਹੁੰਦਾ ਐਰਰ, ਜਿਹੜੀ ਚੀਜ਼ ਸਰਟੇਨ ਨਾ ਹੋਵੇ, ਫਿਕਸ ਨਾ ਹੋਵੇ, ਅਨਸਰਟੇਨ ਨਾਟ ਫਿਕਸਡ। ਠੀਕ ਹੈ, ਅਤੇ ਡੈਲਟਾ ਪੀ ਵੀ ਕਿ ਇਹ ਫਿਕਸ ਨਹੀਂ ਹੈਗੀ, ਜਿੰਨਾ ਮਤਲਬ ਆਪਣੇ ਕੋਲ ਹੈਗਾ ਵੀ ਕਿਹੜੀ ਚੀਜ਼ 'ਚ ਕਿੰਨੀ ਐਰਰ ਆ ਰਹੀ ਹੈ ਉਹਨੂੰ ਆਪਾਂ ਡੈਲਟਾ ਐਕਸ ਨਾਲ ਲਿਖਾਂਗੇ, ਡੈਲਟਾ ਪੀ ਨਾਲ। ਅਤੇ ਪੀ ਹੁੰਦਾ ਆਪਣੇ ਕੋਲ ਮੋਮੈਂਟਮ m/v, ਪੀ ਆ ਗਿਆ। ਜੇ ਡੈਲਟਾ ਮਾਸ ਤਾਂ ਕਿਉਂਕਿ ਫਿਕਸ ਹੁੰਦਾ, ਡੈਲਟਾ ਚੇਂਜ ਹੁੰਦਾ, ਤਾਂ ਚੇਂਜ ਮਾਸ 'ਚ ਤਾਂ ਆ ਨਹੀਂ ਸਕਦਾ ਬੋਡੀ ਦੀ ਦੇ ਵਿੱਚ, ਇਹ ਤਾਂ ਹੈ ਨਹੀਂ ਵੀ ਜੇ ਕਾਰ ਹੁਣ ਆਪਾਂ ਇੰਨੀ ਕੁ ਇੱਥੋਂ ਭੇਜੀ ਆ ਤਾਂ ਗਾਂਹ ਜਾ ਕੇ ਇੰਨੀ ਕੁ ਰਹੇਗੀ, ਉਹਦਾ ਮਾਸ ਤਾਂ ਨਹੀਂ ਘਟੂਗਾ, ਉਹਦਾ ਮਾਸ ਤਾਂ ਉਨਾ ਹੀ ਰਹੂਗਾ। ਵੈਲੋਸਿਟੀ ਚੇਂਜ ਹੋ ਸਕਦੀ ਹੈ, ਮਤਲਬ ਜਿੱਥੋਂ ਮੰਨ ਲਓ ਸਟਾਰਟਿੰਗ 'ਤੇ ਜੇ ਉਹ 80 ਦੀ ਸਪੀਡ 'ਤੇ ਗਈ ਸੀ ਤਾਂ ਹੋ ਸਕਦਾ ਜਾਂਦੀ ਜਾਂਦੀ ਉਹ 40 ਦੀ ਸਪੀਡ 'ਤੇ ਹੋ ਜੇ, ਤਾਂ ਕਰਕੇ ਡੈਲਟਾ ਉਹਦੇ ਅੱਗੇ ਲੱਗਦਾ ਜਿਹੜੀ ਚੀਜ਼ ਚੇਂਜ ਹੋ ਸਕਦੀ ਹੈ, ਤਾਂ ਮਾਸ ਚੇਂਜ ਨਹੀਂ ਹੋ ਸਕਦਾ, ਡੈਲਟਾ ਵੀ ਚੇਂਜ ਹੋ ਸਕਦਾ, ਤਾਂ ਕਰਕੇ ਪੀ ਡੈਲਟਾ ਵੀ, ਅਤੇ ਡੈਲਟਾ ਪੀ ਦੀ ਵੈਲਿਊ ਇੱਥੇ ਆਪਾਂ ਪੁੱਟ ਕਰਤੀ m ਡੈਲਟਾ ਵੀ, ਡੈਲਟਾ ਐਕਸ ਡੈਲਟਾ ਵੀ ਗ੍ਰੇਟਰ ਦੈਨ h/4πm। ਠੀਕ ਹੈ, ਅਤੇ ਡੈਲਟਾ ਐਕਸ ਅਤੇ ਡੈਲਟਾ ਵੀ ਇਨਵਰਸਲੀ ਪ੍ਰਪੋਰਸ਼ਨਲ ਹੋ ਗਏ, ਮਤਲਬ ਜੇ ਡੈਲਟਾ ਐਕਸ ਸਮੋਲ ਹੋਊਗਾ ਡੈਲਟਾ ਵੀ ਲਾਰਜਰ, ਡੈਲਟਾ ਐਕਸ ਲਾਰਜਰ ਤਾਂ ਡੈਲਟਾ ਵੀ ਸਮੋਲ। ਮਤਲਬ ਹੈਗਾ ਵੀ ਇਹਦਾ ਕਿ ਜੇ ਡੈਲਟਾ ਐਕਸ 'ਚ ਐਰਰ, ਜਾਂ ਇਹ ਕਹਿ ਲਓ ਡੈਲਟਾ ਐਕਸ ਕੀ ਹੈ, ਐਰਰ ਇਨ ਪੋਜੀਸ਼ਨ, ਡੈਲਟਾ ਵੀ ਹੈਗਾ ਐਰਰ ਇਨ ਵੈਲੋਸਿਟੀ, ਕਿ ਜੇ ਐਰਰ ਪੋਜੀਸ਼ਨ ਵਾਲਾ ਘੱਟ ਹੋਊਗਾ, ਸਮੋਲ ਹੋਊਗਾ, ਤਾਂ ਆਹ ਕੀ ਹੋਊਗਾ, ਲਾਰਜਰ, ਤਾਂ ਉਹਦੀ ਐਰਰ ਵੈਲੋਸਿਟੀ 'ਚ ਵੱਧ ਜੂਗੀ। ਅਤੇ ਜੇ ਇਹਦੇ 'ਚ ਜ਼ਿਆਦਾ ਹੋਊਗਾ, ਪੋਜੀਸ਼ਨ 'ਚ ਐਰਰ ਜ਼ਿਆਦਾ ਆ ਗਿਆ ਤਾਂ ਵੈਲੋਸਿਟੀ 'ਚ ਐਰਰ ਘੱਟ ਹੋਊਗਾ। ਠੀਕ ਹੈ, ਇਨਵਰਸਲੀ ਪ੍ਰਪੋਰਸ਼ਨਲ ਨੇ, ਐਰਰ ਕਿੰਨਾ ਆ ਰਿਹਾ ਹੈਗਾ, ਕਿੰਨੀ ਗਲਤ ਆ ਰਹੀ ਹੈਗੀ ਆ, ਉਹ ਡਿਪੈਂਡ ਕਰੂਗਾ ਇੱਕ ਦੂਜੇ ਦੇ ਇਨਵਰਸ ਰਿਲੇਸ਼ਨ 'ਚ। ਅਗੇਨ ਇਹਨੂੰ ਵੀ ਆਪਾਂ ਡੇਲੀ ਲਾਈਫ 'ਚ ਯੂਜ਼ ਨਹੀਂ ਕਰ ਸਕਦੇ, ਇਹ ਵੀ ਸਿਰਫ ਮਾਈਕਰੋਸਕੋਪਿਕ ਮੀਨਸ ਐਟਮਸ, ਇਲੈਕਟ੍ਰੋਨ ਅਤੇ ਪ੍ਰੋਟੋਨ, ਅਤੇ ਡੇਲੀ ਲਾਈਫ 'ਚ ਆਪਾਂ ਮੈਕਰੋਸਕੋਪਿਕ ਨਾਲ ਡੀਲ ਕਰਦੇ ਹਾਂ, ਜਿਵੇਂ ਆਪਣੇ ਕੋਲ ਹੁਣ ਆਪਾਂ ਕਾਰ ਹੋ ਗਈ, ਟਰੈਕਟਰ ਹੋ ਗਏ, ਵੱਡੀਆਂ ਵੱਡੀਆਂ ਚੀਜ਼ਾਂ ਨਾਲ ਡੀਲ ਕਰਦੇ ਹਾਂ ਜਿਹੜੀਆਂ ਆਪਾਂ ਨੇਕਡ ਆਈਜ਼ ਨਾਲ ਦੇਖ ਸਕਦੇ ਹਾਂ। ਠੀਕ ਹੈ, ਉਹਨਾਂ ਦੀ ਪੋਜੀਸ਼ਨ ਅਤੇ ਵੈਲੋਸਿਟੀ ਇੱਕ ਟਾਈਮ 'ਤੇ ਫਿਰ ਵੀ ਪੋਸੀਬਲ ਹੈਗੀ ਹੈ, ਵੈਸੇ ਜ਼ਿਆਦਾ ਪੋਸੀਬਲ ਨਹੀਂ ਹੈਗੀ, ਪਰ ਫਿਰ ਵੀ ਇਹ ਪ੍ਰਿੰਸੀਪਲ ਆਪਾਂ ਕਿਹਦੇ 'ਤੇ ਡਿਪੈਂਡ ਕਰਦਾ, ਮਾਈਕਰੋਸਕੋਪਿਕ ਲਈ ਹੈਗਾ, ਮੈਕਰੋ ਲਈ ਨਹੀਂ ਹੈਗਾ। ਠੀਕ ਹੈ, ਤਾਂ ਦਿਸ ਇਜ਼ ਆਲ ਅਬਾਊਟ uncertainty principle and de Broglie wavelength.